ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਬੈਠੇ ਈਵਨ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ ਪ੍ਰੋਗਰਾਮ ਕੌਮ ਦੀਆਂ ਸ਼ਖਸੀਅਤਾਂ ਦੇ ਵਿੱਚ। ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਧਰਮ ਅਤੇ ਸਮਾਜ ਨਾਲ ਜੁੜੀਆਂ ਹੋਈਆਂ ਉੱਘੀਆਂ ਸ਼ਖਸੀਅਤਾਂ ਆਪ ਜੀ ਦੇ ਰੂਬਰੂ ਕਰਦੇ ਹਾਂ। ਜੀ ਹਾਂ ਦੋਸਤੋ, ਜੋ ਸ਼ਖਸੀਅਤ ਅੱਜ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਹਾਂ, ਇਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ। ਜਦੋਂ ਸਿੱਖ ਧਰਮ, ਸਿੱਖ ਸਾਹਿਤ ਅਤੇ ਸਿੱਖ ਗੁਰਮਤਿ ਸੰਗੀਤ ਵੱਲ ਅਸੀਂ ਝਾਤ ਮਾਰਦੇ ਹਾਂ ਤੇ ਇਹਨਾਂ ਦਾ ਬੜਾ ਵੱਡਮੁੱਲਾ ਯੋਗਦਾਨ, ਇਹਨਾਂ ਦਾ ਨਾਮ, ਇਹਨਾਂ ਦੀ ਸੰਸਥਾ ਦਾ ਨਾਮ ਆਪ ਮੁਹਾਰੇ ਮੁੱਖ ਤੇ ਆ ਜਾਂਦਾ ਹੈ। ਸੰਤ ਬਾਬਾ ਸੁੱਚਾ ਸਿੰਘ ਦੁਆਰਾ ਸਥਾਪਿਤ ਜਵੱਦੀ ਟਕਸਾਲ, ਜਿਨ੍ਹਾਂ ਨੂੰ ਕਿ ਗੁਰਮਤਿ ਸੰਗੀਤ ਦੀ ਇੱਕ ਬਕਾਇਦਾ ਯੂਨੀਵਰਸਿਟੀ ਵੀ ਕਿਹਾ ਜਾਂਦਾ ਹੈ, ਉਸ ਸਥਾਨ ਤੇ ਸੇਵਾ ਨਿਭਾ ਰਹੇ ਉਸ ਸਥਾਨ ਤੇ ਇਸ ਸਮੇਂ ਦੇ ਮੁਖੀ ਗਿਆਨੀ ਅਮਿਤ ਸਿੰਘ ਜੀ, ਜੋ ਕਿ ਮੌਜੂਦਾ ਸਮੇਂ ਦੇ ਵਿੱਚ ਪੂਰੀ ਦੇਖ ਰੇਖ ਕਰ ਰਹੇ ਨੇ ਉੱਥੋਂ ਦੀ ਗੁਰਮਤਿ ਸੰਗੀਤ ਦੀ, ਉੱਥੋਂ ਦੇ ਵਿਦਿਆਰਥੀਆਂ ਦੀ ਅਤੇ ਗੁਰਮਤਿ ਸਿਧਾਂਤ ਨੂੰ ਕਿਸ ਤਰ੍ਹਾਂ ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਪਹੁੰਚਾਇਆ ਜਾਵੇਗਾ। ਤੇ ਆਓ ਦੋਸਤੋ, ਉਹਨਾਂ ਦੇ ਨਾਲ ਮੁਲਾਕਾਤ ਕਰਦੇ ਹਾਂ, ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ। ਸਿੰਘ ਸਾਹਿਬ, ਤੁਹਾਡਾ ਸਵਾਗਤ ਹੈ ਜੀਵਨ ਪੰਜਾਬੀ ਦੇ ਪਵਿੱਤਰ ਵਿਹੜੇ ਵਿੱਚ। ਜੀ ਆਇਆਂ ਕਹਿੰਦੇ ਤੇ ਸਭ ਤੋਂ ਪਹਿਲੇ ਫਤਿਹ ਅਰਜ਼ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਜੇਕਰ ਗੱਲ ਕਰੀਏ ਜਵੱਦੀ ਟਕਸਾਲ ਦੀ, ਸੰਤ ਬਾਬਾ ਸੁੱਚਾ ਸਿੰਘ ਦਾ ਸਥਾਪਿਤ ਇਹ ਸਥਾਨ, ਬੜਾ ਨਾਮ ਹੈ ਇਹਨਾਂ ਦਾ ਸਿੱਖ ਜਗਤ ਵਿੱਚ ਨਹੀਂ ਸਗੋਂ ਪੂਰੇ ਵਿਸ਼ਵ ਦੇ ਵਿੱਚ। ਜਦੋਂ ਗੁਰਮਤਿ ਸੰਗੀਤ ਦੀ ਗੱਲ ਚੱਲਦੀ ਹੈ, ਗੁਰੂ ਸਿਧਾਂਤਾਂ ਦੀ ਗੱਲ ਚੱਲਦੀ ਹੈ, ਬਾਬਾ ਜੀ ਨੇ ਬਖੂਬੀ ਢੰਗ ਦੇ ਨਾਲ ਇਸ ਸਥਾਨ ਦਾ ਨਿਰਮਾਣ ਕੀਤਾ। ਅੱਜ ਕੱਲ੍ਹ ਤੁਸੀਂ ਉਸ ਸਥਾਨ ਦੀ ਸੇਵਾ ਕਰਦੇ ਪਏ ਹੋ। ਮੈਂ ਸਭ ਤੋਂ ਪਹਿਲੇ ਆਪ ਜੀ ਨੂੰ ਪੁੱਛਣਾ ਚਾਹੁੰਦਾ, ਤੁਸੀਂ ਕਿਵੇਂ ਜੁੜੇ, ਕਿਵੇਂ ਬਾਬਾ ਜੀ ਨਾਲ ਸੰਪਰਕ ਵਿੱਚ ਆਏ ਤੇ ਕਿਵੇਂ ਆਪਣੀ ਪੂਰੀ ਜ਼ਿੰਦਗੀ ਤੁਸੀਂ ਅੱਜ ਉਸ ਸਥਾਨ ਨੂੰ ਸਮਰਪਿਤ ਕਰ ਦਿੱਤੀ? ਹਰਵੰਸ ਸਿੰਘ ਜੀ, ਸੰਤ ਬਾਬਾ ਸੁੱਚਾ ਸਿੰਘ ਜੀ, ਜਿਵੇਂ ਕਿ ਆਪ ਜੀ ਨੇ ਦੱਸਿਆ ਕਿ ਪੰਥ ਦੀ ਉਹ ਸ਼ਖਸੀਅਤ ਹਨ ਜਿਨ੍ਹਾਂ ਨੇ ਬਹੁਤ ਵੱਡੀ ਕੌਮ ਦੀ, ਪੰਥ ਦੀ ਸੇਵਾ ਕੀਤੀ ਜੀ। ਬਾਬਾ ਜੀ ਰੂਹਾਨੀਅਤ ਦੇ ਬਹੁਤ ਵੱਡੇ ਮੁਜੱਸਮੇ ਸਨ ਔਰ ਉਹਨਾਂ ਦੀ ਪਹਿਲੀ ਨਜ਼ਰ, ਉਹਨਾਂ ਦੀ ਪਹਿਲੀ ਮਿਲਣੀ ਹੀ ਮਨੁੱਖ ਨੂੰ ਆਪਣਾ ਬਣਾ ਲੈਂਦੀ ਸੀ। ਜੀ ਬਿਲਕੁਲ। ਜਿੰਨੇ ਵੀ ਉਹਨਾਂ ਨਾਲ ਇੱਕ ਵਾਰੀ ਮੁਲਾਕਾਤ ਕੀਤੀ, ਉਹ ਬਸ ਉਹਨਾਂ ਦਾ ਹੋ ਕੇ ਰਹਿ ਗਿਆ। ਦਾਸ ਬਚਪਨ ਵਿੱਚ ਘਰ ਦੇ ਵਿੱਦਿਆ ਪੜ੍ਹਨ ਤੋਂ ਉਪਰੰਤ ਪੰਜਾਬ ਵਿੱਚ ਆ ਗਿਆ। ਰੋਪੜ ਕਾਲਜ ਤੋਂ ਥੋੜ੍ਹਾ ਜਿਹਾ ਦੀ ਵਿੱਦਿਆ ਹਾਸਲ ਕੀਤੀ ਔਰ ਉਸ ਤੋਂ ਬਾਅਦ ਸੰਤ ਬਾਬਾ ਸੁੱਚਾ ਸਿੰਘ ਜੀ ਦੇ ਸੰਪਰਕ ਵਿੱਚ ਜੀ ਦਾਸ ਆਇਆ, ਕਿਉਂਕਿ ਸਾਡਾ ਸਾਰਾ ਹੀ ਪਰਿਵਾਰ ਮਹਾਂਪੁਰਸ਼ਾਂ ਦਾ ਪਹਿਲਾਂ ਹੀ ਸਤਸੰਗੀ ਪਰਿਵਾਰ ਸੀ ਔਰ ਮਹਾਂਪੁਰਸ਼ਾਂ ਨੇ ਬਹੁਤ ਪਰਉਪਕਾਰ ਕੀਤੇ। ਕਿਆ ਬਾਤ। ਬਸ ਜਦੋਂ ਮੈਂ ਬਾਬਾ ਜੀ ਦੇ ਕੋਲ ਆਇਆ, ਅਸਲ ਵਿੱਚ ਇੱਕ ਪਰਮੇਸ਼ਵਰ ਦੀ ਵਿਧੀ ਵਿਧਾਨ ਹੀ ਸੀ ਜੀ ਕਿ ਮਹਾਂਪੁਰਸ਼ਾਂ ਨੇ ਮੈਨੂੰ ਆਪਣੇ ਕੋਲ ਰੱਖ ਕੇ ਇੰਨਾ ਪਿਆਰ, ਬਚਪਨਾ ਹੀ ਸੀ, ਛੋਟੀ ਉਮਰ ਹੀ ਸੀ, ਕਿ ਸਾਨੂੰ ਉਸ ਸੰਸਥਾ ਵਿੱਚ ਰੱਖ ਕੇ ਇੰਨਾ ਪਿਆਰ ਦਿੱਤਾ। ਮੈਂ ਸਰੀਰ ਕਰਕੇ ਬਿਮਾਰ ਵੀ ਸਾਂ, ਲੇਕਿਨ ਮਹਾਂਪੁਰਸ਼ਾਂ ਦੀਆਂ ਅਸੀਸਾਂ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਮੈਨੂੰ ਦਇਆ ਅਰੋਗਤਾ ਵੀ ਮਿਲੀ। ਕਿਆ ਬਾਤ। ਅਤੇ ਮਹਾਂਪੁਰਸ਼ਾਂ ਦੀ ਉਸ ਮਹਾਨ ਮੈਗਨਾਤੀਸੀ ਸ਼ਖਸੀਅਤ ਨੇ ਮੈਨੂੰ ਉਹਨਾਂ ਜੋਗਾ ਕਰ ਦਿੱਤਾ। ਕਿਆ ਬਾਤ ਹੈ। ਬਾਬਾ ਜੀ, ਜੇਕਰ ਆਪਾਂ ਗੱਲ ਕਰੀਏ ਅੱਜ ਜਿਸ ਸਥਾਨ ਦੀ ਤੁਸੀਂ ਸੇਵਾ ਸੰਭਾਲ ਕਰਦੇ ਪਏ ਹੋ, ਬਕਾਇਦਾ ਇਹ ਸਥਾਨ ਪੂਰੇ ਵਿਸ਼ਵ ਵਿੱਚ ਬੋਲਦਾ ਹੈ ਗੁਰਮਤਿ ਸੰਗੀਤ ਦੇ ਨਾਮ ਤੇ। ਇਸ ਸਥਾਨ ਤੇ ਉੱਪਰ ਕੇਵਲ ਗੁਰਮਤਿ ਸੰਗੀਤ ਦੀ ਤਾਲੀਮ ਦਿੱਤੀ ਜਾਂਦੀ ਹੈ, ਫਿਰ ਹੋਰ ਵੀ ਕਈ ਤਰ੍ਹਾਂ ਦੀ ਤਾਲੀਮ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ? ਨਹੀਂ ਹਰਵੰਸ ਸਿੰਘ ਜੀ, ਇਸ ਸਥਾਨ ਤੇ ਕਿਉਂਕਿ ਗੁਰਮਤਿ ਸੰਗੀਤ ਦਾ ਬਹੁਤ ਵੱਡਾ ਕੰਮ ਹੋਇਆ ਜੀ, ਇਸ ਕਰਕੇ ਇਹਨੂੰ ਗੁਰਮਤਿ ਸੰਗੀਤ ਦੇ ਨਾਲ ਪਹਿਲ ਦੇ ਆਧਾਰ ਤੇ ਜਾਣਿਆ ਜਾਂਦਾ ਜੀ ਬਿਲਕੁਲ। ਲੇਕਿਨ ਇਸ ਅਸਥਾਨ ਤੇ ਮੇਰੇ ਸਤਿਕਾਰਯੋਗ ਸੰਤ ਬਾਬਾ ਸੁੱਚਾ ਸਿੰਘ ਜੀ ਨੇ, ਜਿਨ੍ਹਾਂ ਨੇ ਸਥਾਨ ਦੀ ਸਥਾਪਨਾ ਕੀਤੀ, ਉਹਨਾਂ ਨੇ ਸੈਮੀਨਾਰ, ਸ਼ਬਦ ਯਾਤਰਾ ਰਾਹੀਂ ਔਰ ਗੁਰਸ਼ਬਦ ਸੰਗੀਤ ਅਕੈਡਮੀ ਦੀ ਸਥਾਪਨਾ ਰਾਹੀਂ ਜੀ ਬੜੀਆਂ ਸੇਵਾਵਾਂ ਕੀਤੀਆਂ। ਜਿੱਥੇ ਗੁਰਮਤਿ ਸੰਗੀਤ ਦੇ ਵਾਸਤੇ ਬਾਬਾ ਜੀ ਨੇ ਬਹੁਤ ਵੱਡੇ ਉਪਰਾਲੇ ਕੀਤੇ, ਜਿਹੜਾ ਕਿ ਅੱਜ ਸਾਰਾ ਵਿਸ਼ਵ ਜਾਣਦਾ ਹੈ, ਉੱਥੇ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਸੰਬੰਧਿਤ ਵਿਸ਼ਿਆਂ ਤੇ ਸਾਲ ਵਿੱਚ 2-2 3-3 ਸੈਮੀਨਾਰ ਕੀਤੇ।
ਕੀ ਬਾਤ ਔਰ ਉਸ ਸਥਾਨ ਤੇ ਭਾਈ ਗੁਰਦਾਸ ਜੀ ਲੈਕਚਰ ਸੀਰੀਜ਼ ਜਿਹੜੀ ਸੀ ਉਹ ਸ਼ੁਰੂ ਕੀਤੀ ਗਈ, ਕੀ ਬਾਤ। ਜਿਹਦੇ ਅੰਤਰਗਤ ਹਰ ਮਹੀਨੇ ਇੱਕ ਬਹੁਤ ਵੱਡਾ ਸੈਮੀਨਾਰ ਹੁੰਦਾ। ਕੀ ਇਹ ਸਿਲਸਿਲਾ ਅੱਜ ਵੀ ਉਸੇ ਤਰ੍ਹਾਂ ਚੱਲ ਰਿਹਾ ਹੈ? ਬਾਖੂਬੀ ਅੱਜ ਵੀ ਉਸੇ ਤਰ੍ਹਾਂ ਹੀ ਸੰਗਤਾਂ ਦੇ ਸਹਿਯੋਗ ਔਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ ਉਹ ਸਿਲਸਿਲਾ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ। ਸਾਲ ਵਿੱਚ ਇੰਟਰਨੈਸ਼ਨਲ ਪੱਧਰ ਤੇ ਇੱਕ ਸੈਮੀਨਾਰ ਕਰਾਇਆ ਜਾਂਦਾ ਹੈ। ਤੇ ਮੈਂ ਆਪ ਜੀ ਨੂੰ ਇਹ ਵੀ ਜਾਣਕਾਰੀ ਦੇ ਦਿਆਂ ਕਿ ਪਿਛਲੇ ਸਮੇਂ ਵਿੱਚ ਬਾਬਾ ਜੀ ਦੇ ਸਰੀਰ ਛੱਡਣ ਤੋਂ ਬਾਅਦ ਵੀ ਜਿਹੜੇ ਸੈਮੀਨਾਰ ਹੋ ਰਹੇ, ਜਿਵੇਂ ਕਿ ਮੌਤ ਦਾ ਸੰਕਲਪ ਜੀ, এনवायरमेंट ਦੀ ਧਰਮ ਦੀ ਦ੍ਰਿਸ਼ਟੀ ਤੋਂ ਉਹਨੂੰ ਕਿਵੇਂ ਸੰਭਾਲਿਆ ਜਾ ਸਕਦਾ ਹੈ, ਸਾਡਾ ਵਾਤਾਵਰਨ, ਸਾਡਾ ਚੁਗਿਰਦਾ, ਜੀ ਜੀ, ਜਾਂ ਹੋਰ ਸੈਮੀਨਾਰ ਜਿਹੜੇ ਨੇ ਬੜੀ ਵੱਡੀ ਪੱਧਰ ਤੇ ਹੋਏ ਨੇ। ਜਦੋਂ ਵਿਦਿਆ ਖੇਤਰ ਵਿੱਚ ਅਸੀਂ ਝਾਤ ਮਾਰਦੇ ਹਾਂ ਤੇ ਇਸ ਸੰਸਥਾ ਦਾ ਨਾਮ ਜਿਹੜਾ ਹੈ ਬੋਲਦਾ ਹੈ। ਤੁਸੀਂ ਬਾਬਾ ਸੁੱਚਾ ਸਿੰਘ ਦੀ ਗੱਲ ਕਰ ਰਹੇ ਹੋ। ਜਦੋਂ ਬਾਬਾ ਸੁੱਚਾ ਸਿੰਘ ਜੀ ਦੇ ਅਸੀਂ ਉਹਨਾਂ ਕੰਮਾਂ ਵੱਲ ਵੇਖਦੇ ਹਾਂ ਤੇ ਗੁਰਬਾਣੀ ਪ੍ਰਚਾਰ, ਗੁਰਮਤਿ ਸੰਗੀਤ, ਨਿਰਧਾਰਤ ਰਾਗਾਂ ਦੇ ਵਿੱਚ ਗੁਰਬਾਣੀ ਨੂੰ ਗਾਉਣ ਦਾ ਜਿਹੜਾ ਸਿਲਸਿਲਾ ਸੀਗਾ ਬੜੇ ਵੱਡੇ ਪੱਧਰ ਤੇ ਇਹਨਾਂ ਨੇ ਆਰੰਭ ਕੀਤਾ। ਉਹ ਕੀ ਸੀਗਾ, ਕੀ ਪ੍ਰਬੰਧ ਸੀ, ਇਹਦੇ ਬਾਰੇ ਥੋੜਾ ਜਿਹਾ। ਅਸਲ ਵਿੱਚ ਬਾਬਾ ਜੀ ਨੇ ਜਦੋਂ ਪਹਿਲੀ ਵਾਰ ਨਿਰਧਾਰਤ ਰਾਗਾਂ ਵਿੱਚ ਬਾਣੀ ਗਾਉਣ ਦਾ ਸੁਪਨਾ ਲਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਰਾਗਾਂ ਵਿੱਚ ਹੈ ਜੀ। 31 ਸ਼ੁੱਧ ਰਾਗ ਨੇ, 31 ਮਿਸ਼ਰਤ ਰਾਗ ਨੇ, ਇੰਨੇ ਜੀ ਬਿਲਕੁਲ। ਮਿਸ਼ਰਤ ਕਹਿੰਦੇ ਆ 1 ਤੋਂ 2, ਜਿਵੇਂ ਉਦਾਹਰਨ ਦੇ ਤੌਰ ਤੇ ਬਿਲਾਵਲ ਗਾਉਂਡ ਹੈ। ਔਰ ਉਹਨਾਂ ਰਾਗਾਂ ਨੂੰ ਰਾਗਮਾਲਾ ਦੀ ਜਿਹੜੀ ਉਹ ਵੀ ਸਾਰੀ ਰਾਗਾਂ ਦਾ ਜ਼ਿਕਰ ਕਰਦੀ ਹੈ। ਬਾਬਾ ਜੀ ਨੇ ਕਿ ਗੁਰਬਾਣੀ ਨੂੰ ਰਾਗਾਂ ਵਿੱਚ ਗਾਇਨ ਕੀਤਾ ਜਾਏ, ਇਸ ਵਾਸਤੇ ਉਹਨਾਂ ਨੇ ਬਿਨਾਂ ਕਿਸੇ ਹੀਲੇ ਵਸੀਲੇ ਤੋਂ, ਤੁਸੀਂ ਹਰਵੰਸ ਸਿੰਘ ਜੀ ਹੈਰਾਨ ਹੋਵੋਗੇ, ਜਿਸ ਵੇਲੇ ਮਹਾਂਪੁਰਸ਼ਾਂ ਨੇ ਇਹ ਗੁਰਮਤਿ ਸੰਗੀਤ ਦਾ ਕੰਮ ਕੀਤਾ, ਉਸ ਵੇਲੇ ਉਸ ਸਥਾਨ ਤੇ ਕੇਵਲ ਇੱਕੋ ਹੀ ਕਮਰਾ ਸੀ। ਸੰਗਤ ਦੇ ਸੀਮਤ ਵਸੀਲਿਆਂ ਨਾਲ ਏਡੀ ਵੱਡੀ ਮਿਹਨਤ ਕੀਤੀ। ਪਹਿਲਾਂ ਬਾਬਾ ਜੀ ਨੇ ਅਦੁੱਤੀ ਸੰਮੇਲਨ, ਗੁਰਮਤਿ ਸੰਗੀਤ ਸੰਮੇਲਨ ਕਰਵਾਇਆ ਸਨ 1991 ਵਿੱਚ ਅਕਤੂਬਰ ਦੇ ਮਹੀਨੇ ਜੀ। ਸਭ ਤੋਂ ਪਹਿਲਾਂ ਮਹਾਂਪੁਰਸ਼ਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਗਾਂ ਦੇ ਸਰੂਪ ਨਿਰਧਾਰਤ ਕਰਵਾਏ ਵੀ ਆਹ ਸਰੂਪ ਗਾਣੇ ਨੇ। ਉਸ ਵਾਸਤੇ ਮਹਾਂਪੁਰਸ਼ਾਂ ਨੇ ਕਮੇਟੀ ਬਣਾਈ ਗੁਰਮਤਿ ਸੰਗੀਤ ਆਚਾਰਿਆਂ ਦੇ, ਜਿਹਦੇ ਹੈੱਡ ਬਣੇ ਦਲੀਪ ਚੰਦਰ ਬੇਦੀ ਜੀ। ਕੀ ਬਾਤ, ਬਹੁਤ ਖੂਬ। ਔਰ ਉਹਦੇ ਅੱਗੇ ਜਿਹੜੇ ਮੈਂਬਰ ਉਹਨਾਂ ਦੇ, ਜਿੱਥੇ ਮਹਾਂਪੁਰਸ਼ ਆਪ ਸਨ ਦੀ ਸਾਰੀ ਨਿਗਰਾਨੀ ਕਰਦੇ ਹੋਏ ਪ੍ਰੋਫੈਸਰ ਕਰਤਾਰ ਸਿੰਘ ਜੀ, ਜਿਹੜੇ ਬਹੁਤ ਵੱਡੇ ਸੰਗੀਤ ਆਚਾਰਿਆ ਨੇ, ਪ੍ਰੋਫੈਸਰ ਪਰਮਜੋਤ ਸਿੰਘ ਜੀ, ਡਾਕਟਰ ਅਜੀਤ ਸਿੰਘ ਜੀ ਪੈਂਟਲ, ਸਿੰਘ ਬੰਧੂ, ਉਸਤਾਦ ਜਸਵੰਤ ਸਿੰਘ ਜੀ ਪਾਵਰਾ, ਡਾਕਟਰ ਗੁਰਰਾਮ ਸਿੰਘ, ਇਹਨਾਂ ਸਾਰਿਆਂ ਨੂੰ ਨਾਲ ਲੈ ਕੇ, ਵਿਦਵਾਨਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਦੇ ਸਰੂਪ, ਰਾਗਾਂ ਦੇ ਸਰੂਪ ਨਿਰਧਾਰਿਤ ਕਰਾਏ। ਔਰ ਉਹਨਾਂ ਨਿਰਧਾਰਿਤ ਸਰੂਪਾਂ ਦੇ, ਜਿਹਦੇ ਵਿੱਚ ਕਿ ਭਾਈ ਬਲਵੀਰ ਸਿੰਘ ਵੀ ਸ਼ਾਮਲ ਸਨ, ਭਾਈ ਅਵਤਾਰ ਸਿੰਘ ਜੀ ਸ਼ਾਮਲ ਸਨ, ਉਹਨਾਂ ਸਾਰਿਆਂ ਨੂੰ ਜਿਹੜੇ ਸਰੂਪ ਇਹਨਾਂ ਵਿਦਵਾਨਾਂ ਨੇ ਫਾਈਨਲ ਕੀਤੇ, ਉਹਨਾਂ ਦਾ ਗਾਇਨ ਬਾਬਾ ਜੀ ਨੇ ਸਨ 1991 ਵਿੱਚ ਕਰਵਾਇਆ। ਅਦੁੱਤੀ ਗੁਰਮਤਿ ਸੰਗੀਤ ਸੰਮੇਲਨ, ਪਹਿਲੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਜਿਹੜਾ ਹੋਇਆ, ਜਿਹਦੀ ਕਿ ਇਸ ਸੰਸਾਰ ਵਿੱਚ ਬਹੁਤ ਵੱਡੀ ਪੱਧਰ ਤੇ ਚਰਚਾ। ਤੁਸੀਂ 1991 ਦੀ ਇੱਥੇ ਗੱਲ ਕੀਤੀ ਹੈ, ਅੱਜ ਤੱਕ ਮੇਰਾ ਖਿਆਲ ਹੈ ਉਹ ਗੁਰਮਤਿ ਅਦੁੱਤੀ ਸੰਗੀਤ ਸੰਮੇਲਨ ਚੱਲ ਰਹੇ ਨੇ। ਹਾਂ ਬਿਲਕੁਲ ਜੀ, ਉਸੇ ਤਰ੍ਹਾਂ ਹੀ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਲਗਾਤਾਰ ਹਰ ਸਾਲ ਚੱਲਦੇ ਨੇ। ਇਸ ਲੜੀ ਵਿੱਚ ਇੱਕ ਵਾਰੀ, ਕਿਉਂਕਿ ਮਹਾਂਪੁਰਸ਼ ਥੋੜਾ ਜਿਹਾ ਢਿੱਲੇ ਹੋ ਗਏ ਸਨ, ਜਦੋਂ ਸਰੀਰ ਕਰਕੇ ਉਹ ਢਿੱਲੇ ਸਨ, ਤਾਂ ਉਦੋਂ ਇੱਕ ਵਾਰੀ ਉਹ ਮਿਸ ਹੋਇਆ, ਲੇਕਿਨ ਉਸੇ ਤਰ੍ਹਾਂ ਹੀ ਲਗਾਤਾਰ ਉਹ ਸਿਲਸਿਲਾ ਜਾਰੀ ਹੈ ਜੀ। ਹਾਂ ਬਈ, ਜੇਕਰ ਗੁਰਮਤਿ ਸੰਗੀਤ ਤੋਂ ਹਟ ਕੇ ਥੋੜੀ ਜਿਹੀ ਗੱਲ ਕਰੀਏ ਇਸ ਸਥਾਨ ਦੀ, ਜਿਹਨੂੰ ਕਿ ਬੰਦਗੀ ਦਾ ਸਥਾਨ ਵੀ ਬੋਲਿਆ ਜਾਂਦਾ, ਬਿਲਕੁਲ ਜੀ, ਗੁਰਮਤਿ ਸੰਗੀਤ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ? ਇੱਥੇ ਹਰਮੰਦਰ ਸਿੰਘ ਜੀ, ਜਿੱਥੇ ਗੁਰਮਤਿ ਸੰਗੀਤ ਦਾ ਤਾਂ ਕਾਰਜ ਹੈ ਹੀ ਹੈ, ਉੱਥੇ ਤਕਰੀਬਨ ਅੱਜ 200 ਵਿਦਿਆਰਥੀ
ਇਸ ਸੰਸਥਾ ਵਿੱਚ ਕੀ ਬਾਤ। ਰਹਿੰਦਾ ਹੈ, ਜਿਹਦਾ ਸਾਰਾ ਪ੍ਰਬੰਧ ਸੰਸਥਾ ਕਰਦੀ ਹੈ, ਉਹਦੀਆਂ ਸੰਗਤਾਂ ਕਰਦੀਆਂ ਨੇ, ਔਰ ਉਹਦੀ ਕੋਈ ਇਨਕਮ ਪ੍ਰਾਪਰ ਨਹੀਂ ਹੈ। ਸਿਰਫ ਸੰਗਤਾਂ ਦੇ ਸਹਿਯੋਗ ਸਦਕਾ ਜੀ 200 ਵਿਦਿਆਰਥੀ ਪੱਕਾ ਰਹਿੰਦਾ ਹੈ। ਤਕਰੀਬਨ 450 ਵਿਦਿਆਰਥੀ ਸ਼ਾਮ ਨੂੰ ਆ ਕੇ ਰੋਜ਼ ਹੀ ਗੁਰਮਤਿ ਸੰਗੀਤ ਦੀ, ਤਬਲੇ ਦੀ, ਤੰਤੀ ਸਾਜ਼ਾਂ ਦੀ ਸਿੱਖਿਆ ਪ੍ਰਾਪਤ ਕਰਦਾ ਹੈ। ਜੀ ਗੁਰਬਾਣੀ ਦੀ ਸੰਥਿਆ, ਤੁਸੀਂ ਪੁੱਛਿਆ ਵੀ ਹੋਰ ਕੀ ਗੁਰਮਤਿ ਪ੍ਰਚਾਰ ਦੇ ਕਾਰਜ ਕੀਤੇ ਜਾ ਰਹੇ ਨੇ। ਜੀ। ਰੋਜ਼ਾਨਾ 2 ਵਾਰੀ ਗੁਰਬਾਣੀ ਸੰਥਿਆ ਅਸਥਾਨ ਤੇ ਹੁੰਦੀ ਹੈ, ਜਿਹੜੀ ਕਿ ਕਿਆ। ਨੌਜਵਾਨਾਂ ਨੂੰ, ਸੰਗਤਾਂ ਨੂੰ ਬਹੁਤ ਖੂਬ, ਕਰਵਾਈ ਜਾਂਦੀ ਹੈ, ਬਹੁਤ ਖੂਬ। ਸਵੇਰੇ ਤੇ ਸ਼ਾਮ। ਉਸ ਤੋਂ ਬਿਨਾਂ ਫਿਰ ਗੁਰਮਤਿ ਪ੍ਰਚਾਰ ਦੇ ਹਰ ਸਮਾਗਮ, ਅਦੁੱਤੀ ਗੁਰੂ ਸੰਗੀਤ ਸੰਮੇਲਨ ਤੋਂ ਬਿਨਾਂ ਗੁਰਮਤਿ ਪ੍ਰਚਾਰ ਵਾਸਤੇ ਬਾਬਾ ਜੀ ਦੀ ਬਰਸੀ ਦਾ ਸਮਾਗਮ ਜਿਹੜਾ ਅਗਸਤ ਵਿੱਚ ਆਉਂਦਾ, ਉਹ ਵੀ ਬਹੁਤ ਵੱਡੇ ਪੱਧਰ ਤੇ, ਉਹ ਵੀ ਇੱਕ ਰਾਗ ਦਰਬਾਰ ਉਹਦੇ 'ਚ ਵੀ ਸਪੈਸ਼ਲ ਹੁੰਦਾ ਹੈ, ਔਰ ਉਹ ਕਈ ਦਿਨ ਉਹ ਗੁਰਮਤਿ ਪ੍ਰਚਾਰ ਦਾ ਉਹ ਸਮਾਗਮ ਚੱਲਦਾ। ਇਸ ਤੋਂ ਬਿਨਾਂ ਹਰ ਮਹੀਨੇ ਤਕਰੀਬਨ 3 ਸਮਾਗਮ ਹੁੰਦੇ ਨੇ, ਕੀ ਬਾਤ, ਬਹੁਤ ਖੂਬ। ਰੂਟੀਨ ਦੇ ਨਿਤਨੇਮ ਤੋਂ ਇਲਾਵਾ। ਤੇ ਐਸੇ ਸਾਲ ਵਿੱਚ ਬਹੁਤ ਵੱਡੀ ਪੱਧਰ ਤੇ ਇੱਕ ਖੂਨਦਾਨ ਕੈਂਪ ਔਰ ਮੈਡੀਕਲ ਕੈਂਪ ਵੀ ਲਗਾਇਆ ਗਿਆ। ਕੀ ਬਾਤ ਹੈ। ਇਹਨਾਂ ਤੋਂ ਇਲਾਵਾ ਹੋਰ ਵੀ ਗਤੀਵਿਧੀਆਂ ਨੇ ਜਿਹੜੀਆਂ ਇਸ ਸਥਾਨ ਵੱਲੋਂ ਕੀਤੀਆਂ ਜਾਂਦੀਆਂ ਹਾਂ ਬਿਲਕੁਲ ਜੀ, ਗਤੀਵਿਧੀਆਂ ਤੇ ਇੰਨੀਆਂ ਨੇ ਕਿ ਮੈਂ ਤੁਹਾਨੂੰ ਕਹਾਂ ਕਿ ਐਡਾ ਸੇਵਾ ਵਿੱਚ ਸਾਡੇ ਬਾਬਾ ਜੀ ਅਕਸਰ ਇਹ ਗੱਲ ਕਹਿੰਦੇ ਸਨ ਕਿ ਤੇਜ਼ੀ ਨਾਲ, ਟਾਈਮ ਘੱਟ, ਕੰਮ ਬਹੁਤ ਜ਼ਿਆਦਾ ਕਰਨਾ, ਕੰਮ। ਔਰ ਕੰਮ ਇੰਨਾ ਇਹਦੇ ਵਿੱਚ ਕਰਨਾ ਪੈਂਦਾ ਹੈ ਕਿ ਰੂਟੀਨ ਵਿੱਚ ਇਹਦੇ ਪ੍ਰਬੰਧ ਕਰਨੇ, ਔਰ ਪੁਸਤਕਾਂ ਦੀ ਛਪਾਈ, ਵੱਖ-ਵੱਖ ਵਿਸ਼ਿਆਂ ਤੇ ਜਿਹੜੇ ਕਿ ਸੈਮੀਨਾਰਾਂ ਦਾ ਦਾਸ ਨੇ ਜ਼ਿਕਰ ਕੀਤਾ ਹੈ, ਜੀ ਉਹ ਸਾਰੇ ਸੈਮੀਨਾਰਾਂ ਦੀਆਂ ਪੁਸਤਕਾਂ ਬਣਾਈਆਂ ਗਈਆਂ। ਕੀ ਬਾਤ ਹੈ। ਗੁਰੂ ਗ੍ਰੰਥ ਸਾਹਿਬ ਦੀ ਮਨੁੱਖਤਾ ਨੂੰ ਦੇਣ, ਸ਼ਬਦ ਦਾ ਸੰਕਲਪ, ਸਾਡੀ ਇੱਕ ਪੁਸਤਕ ਹੈ ਸ਼ਬਦ, ਔਰ ਉਸ ਤੋਂ ਬਿਨਾਂ ਮੌਤ ਦਾ ਸੰਕਲਪ, ਦੇਹੀ ਦਾ ਸੰਕਲਪ, ਇਹ ਸਾਡੀਆਂ ਸਾਰੀਆਂ ਪਬਲੀਕੇਸ਼ਨ ਨੇ। ਜੀ ਵਸਮਾਦ ਨਾਲ ਇੱਕ ਸ਼ਮਾਈ ਸਾਦਾ ਮਾਸਿਕ ਜਿਹੜਾ ਪੇਪਰ ਹੈ ਉਹ ਵੀ ਨਿਕਲਦਾ, ਜਿਹਦੇ ਵਿੱਚ ਔਰ ਰੂਟੀਨ ਦੀਆਂ ਗਤੀਵਿਧੀਆਂ ਤੇ ਦਾਸ ਆਪ ਪ੍ਰਚਾਰ ਵਿੱਚ ਜਾਂਦਾ ਹੈ। ਮੈਂ ਤੁਹਾਨੂੰ ਇਹ ਸਵਾਲ ਪੁੱਛਣ ਲੱਗਾ ਸੀਗਾ, ਤੁਸੀਂ ਬਕਾਇਦਾ ਅੱਜ ਪਿੰਡਾਂ ਦੇ ਵਿੱਚ ਵੀ ਵਿਚਰਦੇ ਹੋ, ਸ਼ਹਿਰਾਂ ਦੇ ਵਿੱਚ ਵੀ ਵਿਚਰਦੇ ਹੋ, ਕਿਉਂਕਿ ਜਿਹੜੀ ਪ੍ਰਚਾਰ ਦੀ ਮੁਹਿੰਮ ਸ਼ੁਰੂ ਕੀਤੀ ਪਈ ਹੈ, ਅੱਜ ਕਾਫੀ ਹੁੰਗਾਰਾ ਮਿਲ ਰਿਹਾ ਹੈ। ਹਾਂਜੀ। ਤੁਹਾਨੂੰ ਕੀ ਲੱਗਦਾ ਹੈ ਪੰਜਾਬ ਦੀ ਜਿਹੜੀ ਅੱਜ ਸਿੱਖ ਨੌਜਵਾਨੀ ਹੈ, ਇਹ ਕੀ ਕਾਰਨ ਅੱਜ ਗੁਰੂ ਗ੍ਰੰਥ ਸਾਹਿਬ ਤੋਂ ਦੂਰੀ, ਕੀਰਤਨ ਤੋਂ ਦੂਰੀ, ਗੁਰਬਾਣੀ ਤੋਂ ਬਹੁਤ ਦੂਰੀ ਪਾ ਬੈਠੀ? ਹਰਵੰਸ ਜੀ ਦੇ ਪਿੱਛੇ ਕਈ ਕਾਰਨ ਨੇ, ਪਰ ਕਿਉਂਕਿ ਮੈਂ ਪੋਜ਼ਿਟਿਵ ਵੇ 'ਚ ਸੋਚਣ ਵਾਲਾ ਮਨੁੱਖ ਹਾਂ ਜੀ। ਇਹਦੇ ਵਿੱਚ ਸਾਨੂੰ ਕਿਸੇ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਮੈਂ ਉਹ ਸਮਝਦਾ ਕਿ ਇਹਦੇ ਵਾਸਤੇ ਜ਼ਿੰਮੇਵਾਰ ਕੇਵਲ ਧਾਰਮਿਕ ਵਿਅਕਤੀ ਹੀ ਨਹੀਂ, ਅਸੀਂ ਸਾਰੇ ਹੀ, ਜਿਹੜੀ ਨੌਜਵਾਨ ਤੋਂ ਲੱਗ ਕੇ ਸਾਰੇ ਹੀ ਜ਼ਿੰਮੇਵਾਰ ਹਾਂ। ਕਿਧਰੇ ਨਾ ਕਿਧਰੇ ਤਾਂ ਕੋਈ ਘਾਟ ਰਹੀ ਹੈ ਜੀ ਕਿ ਉਹ ਦੂਜੇ ਪਾਸੇ ਗਏ ਨੇ। ਬਿਲਕੁਲ। ਕਿਉਂ ਗਏ ਨੇ, ਉਹਨਾਂ ਕਾਰਨਾਂ ਦੀ ਪੜਤਾਲ ਕਰਨ ਦੀ ਲੋੜ ਹੈ, ਔਰ ਉਹ ਕਾਰਨ ਜਿਹੜੇ ਨੇ ਕੋਈ ਤੁਸੀਂ 2, 4, 10 ਦਿਨਾਂ ਵਿੱਚ ਹੀ ਲੱਭ ਨਹੀਂ ਸਕਦੇ। ਉਹਨੂੰ ਬਰੀਕੀ ਵਿੱਚ ਜਾ ਕੇ ਇਹ ਗੱਲ ਸਮਝਣੀ ਪਏਗੀ ਵੀ ਕੀ ਕਾਰਨ ਹੋਇਆ ਕਿ ਅੱਜ ਅਸੀਂ ਉਸ ਗੱਲ ਤੋਂ ਦੂਰ ਜਾ ਰਹੇ ਹਾਂ ਕਿ ਜਿਹਦੇ ਸਾਨੂੰ ਸਤਿਗੁਰਾਂ ਨੇ ਨੇੜੇ ਕੀਤਾ ਸੀ। ਫਿਰ ਵੀ ਮੈਂ ਇੱਕ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਸਾਨੂੰ ਵਿਸ਼ਵਾਸ ਹੈ ਕਿ ਫਿਰ ਵੀ ਜਿੰਨਾ ਮਰਜ਼ੀ ਕੋਈ ਦੂਰ ਚਲਾ ਜਾਏ, ਹਰਮੰਦ ਸਿੰਘ ਜੀ ਸਿੱਖ ਦੇ ਘਰ ਵਿੱਚ ਜੰਮਿਆ ਪੁੱਤਰ ਤੇ ਧੀ, ਉਹਦਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਤੇ ਗੁਰੂ ਨਾਨਕ ਤੇ ਕਲਗੀਧਰ ਤੋਂ ਬਿਨਾਂ ਸਰਨਾ ਨਹੀਂ। ਅੱਜ ਮੋੜ ਆਵੇ, ਕੱਲ ਮੋੜ ਆਵੇ, ਅਖੀਰ ਤੇ ਇੱਥੇ ਮੁੜਨਾ। ਕਿਆ ਜੀ, ਬਿਲਕੁਲ। ਸਿੰਘ ਸਾਹਿਬ ਗੱਲਾਂ ਹੋਰ ਵੀ ਨੇ ਬਹੁਤ ਸਾਰੀ ਕਰਨ ਵਾਲੀਆਂ, ਪਰ ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪਵੇਗੀ। ਸੋ ਦੋਸਤੋ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਕੌਮ ਦੀਆਂ ਸ਼ਖਸੀਅਤਾਂ ਦੇ ਵਿੱਚ ਅੱਜ ਮੇਰੇ ਨਾਲ ਮੌਜੂਦ ਨੇ ਜੀ ਉਸ ਸਥਾਨ ਦੇ ਮੁਖੀ ਜੋ ਇਸ ਸਮੇਂ ਸੇਵਾ ਨਿਭਾ ਰਹੇ ਨੇ, ਗਿਆਨੀ ਅਮੀਰ ਸਿੰਘ ਜੀ, ਜਿਨ੍ਹਾਂ ਨੇ ਬੜੇ ਪਿਆਰੇ ਤੇ ਵਡਮੁੱਲੇ ਵਿਚਾਰ ਅੱਜ ਸਾਡੇ ਦਰਸ਼ਕਾਂ ਸਾਹਮਣੇ ਕੀਤੇ ਨੇ। ਸੱਚਮੁੱਚ ਇਹਨਾਂ ਦੇ ਜੀਵਨ ਵਿੱਚੋਂ ਝਲਕਾਰਾ ਵੱਜਦਾ ਹੈ ਕਿ ਅੱਜ ਕੋਈ ਬੱਚਾ ਭਾਵੇਂ ਸਿੱਖੀ ਤੋਂ ਦੂਰ ਚਲਾ ਗਿਆ ਹੈ, ਉਹਦਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਗੁਜ਼ਾਰਾ ਨਹੀਂ, ਗੁਰੂ ਨਾਨਕ ਤੋਂ ਬਿਨਾਂ ਗੁਜ਼ਾਰਾ ਨਹੀਂ। ਅੱਜ ਆਵੇ ਤੇ ਭਾਵੇਂ ਕੱਲ੍ਹ ਆਵੇ, ਉਹਨੂੰ ਦੁਬਾਰਾ ਇਸ ਘਰ ਵਿੱਚ ਪਰਤਣਾ ਪਵੇਗਾ। ਸੋ ਇੱਕ ਨਹੀਂ,
ਅਨੇਕਾਂ ਹੋਰ ਵੀ ਸਵਾਲ ਨੇ। ਕਿਵੇਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਇਸ ਵਿਚਾਰਧਾਰਾ ਨੂੰ ਘਰ ਘਰ ਪਹੁੰਚਾ ਸਕਦੇ ਹਾਂ, ਇਹਦੇ ਬਾਰੇ ਵੀ ਗੱਲ ਕਰਾਂਗੇ। ਸੋ ਜੁੜੇ ਰਹੋ ਤੁਸੀਂ ਏਵਨ ਪੰਜਾਬੀ ਤੇ ਚੱਲ ਰਹੇ ਪ੍ਰੋਗਰਾਮ ਕੌਮ ਦੀਆਂ ਸ਼ਖਸੀਅਤਾਂ ਦੇ ਨਾਲ। ਮਿਲਦੇ ਆਪਾਂ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ। ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ। ਪਰ ਥੈਂਕਸ ਟੂ ਫ੍ਰੀ ਲੀਵ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ ਪ੍ਰੋਗਰਾਮ ਕੌਮ ਦੀਆਂ ਸ਼ਖਸੀਅਤਾਂ ਦੇ ਵਿੱਚ। ਜੀ ਹਾਂ ਦੋਸਤੋ, ਅੱਜ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਸਿੱਖ ਪੰਥ ਦੀ ਬੜੀ ਪਿਆਰੀ ਸ਼ਖਸੀਅਤ ਸੰਤ ਬਾਬਾ ਅਮੀਰ ਸਿੰਘ ਜੀ, ਜੋ ਕਿ ਇਸ ਸਮੇਂ ਜਵੱਦੀ ਟਕਸਾਲ ਦੇ ਵਿੱਚ ਮੁੱਖ ਤੌਰ ਤੇ ਸੇਵਾ ਨਿਭਾ ਰਹੇ ਨੇ। ਸੰਤ ਬਾਬਾ ਸੁੱਚਾ ਸਿੰਘ ਜੀ ਦੁਆਰਾ ਚਲਾਏ ਹੋਏ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਇਹ ਪਿੰਡਾਂ ਦੇ ਵਿੱਚ ਵੀ ਵਿਚਰਦੇ ਨੇ, ਨੌਜਵਾਨਾਂ ਤੱਕ ਵੀ ਜਾਂਦੇ ਨੇ, ਤਾਂ ਜੋ ਉਹ ਨੌਜਵਾਨ ਜਿਹੜੇ ਕਦੀ ਗੁਰੂ ਪਾਤਸ਼ਾਹ ਦੇ ਦਰ ਘਰ ਵਿੱਚ ਆਉਂਦੇ ਸਨ, ਅੱਜ ਕੀ ਕਾਰਨ ਉਹ ਬਦਾਵਾ ਦੇ ਕੇ ਚਲੇ ਗਏ ਨੇ। ਤੇ ਆਓ ਗੱਲਬਾਤ ਦਾ ਸਿਲਸਿਲਾ ਤੋੜਦੇ ਹਾਂ। ਬਾਬਾ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸਾਂ ਸੰਤ ਬਾਬਾ ਸੁੱਚਾ ਸਿੰਘ ਦੇ ਜੀਵਨ ਬਾਰੇ, ਜੋ ਉਹਨਾਂ ਨੇ ਮਿਸ਼ਨ ਤੋਰਿਆ। ਜਦੋਂ ਅਸੀਂ ਉਹਨਾਂ ਦੇ ਜੀਵਨ ਨੂੰ ਪੜ੍ਹਦੇ ਹਾਂ ਤੇ ਇੱਕ ਸ਼ਬਦ ਯਾਤਰਾ ਦਾ ਇੱਕ ਕਨਸੈਪਟ ਸਾਡੇ ਸਾਹਮਣੇ ਆਉਂਦਾ ਹੈ। ਉਹ ਕੀ ਸੀ ਸ਼ਬਦ ਯਾਤਰਾ? ਬਾਬਾ ਜੀ ਨੇ ਹਨੂੰਮਾਨ ਸਿੰਘ ਜੀ ਸ਼ਬਦ ਯਾਤਰਾ ਪ੍ਰੋਗਰਾਮ ਸ਼ੁਰੂ ਕੀਤਾ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ 15 ਭਗਤਾਂ ਦੀ ਬਾਣੀ ਵੀ ਦਰਜ ਹੈ। ਬਾਬਾ ਜੀ ਨੇ ਉਸ ਸ਼ਬਦ ਯਾਤਰਾ ਬੈਨਰ ਥੱਲੇ ਉਹਨਾਂ ਭਗਤਾਂ ਦੇ ਸਥਾਨਾਂ ਤੇ ਬਾਬਾ ਜੀ ਗਏ, ਕੀ ਬਾਤ, ਤਾਂ ਕਿ ਉਹਨਾਂ ਲੋਕਾਂ ਨੂੰ ਸਮਝਾਇਆ ਜਾ ਸਕੇ ਕਿ ਨਾਮਦੇਵ ਤੁਹਾਡਾ ਨਹੀਂ, ਇਹ ਸਾਡਾ ਵੀ ਹੈ, ਇਹ ਸੰਸਾਰ ਦਾ ਹੈ। ਭਗਤ ਸੈਣ ਜੀ ਉਹਨਾਂ ਲੋਕਾਂ ਨੂੰ ਸਮਝਾਇਆ ਜਾ ਸਕੇ ਕਿ ਨਹੀਂ, ਆਓ ਤੁਸੀਂ ਵੀ ਗੁਰੂ ਨਾਨਕ ਦੇ ਘਰ ਵਿੱਚ, ਤੁਹਾਨੂੰ ਵੀ ਉਨੀ ਥਾਂ ਹੈ ਜਿੰਨੀ ਕਿ ਸਾਨੂੰ ਹੈ। ਜੀ। ਬਾਬਾ ਜੀ ਮਹਾਰਾਸ਼ਟਰ ਉਸ ਸ਼ਬਦ ਯਾਤਰਾ ਲੈ ਕੇ ਗਏ ਔਰ ਇੱਕ ਸਭ ਤੋਂ ਵੱਡੀ ਗੱਲ, ਉੱਥੇ ਬਾਬਾ ਜੀ ਨੇ ਬੰਬੇ ਚੇਅਰ ਸਥਾਪਿਤ ਕਰਵਾਈ, ਭਗਤ ਨਾਮਦੇਵ ਚੇਅਰ, ਕੀ ਬਾਤ ਹੈ, ਯੂਨੀਵਰਸਿਟੀ 'ਚ। ਬਹੁਤ ਖੂਬ। ਔਰ ਉਸ ਵੇਲੇ ਬੜਾ ਵੱਡਾ ਸੈਮੀਨਾਰ ਉੱਥੇ ਹੋਇਆ। ਉੱਥੋਂ ਦੀ ਵਾਈਸ ਚਾਂਸਲਰ ਲੇਡੀ ਸੀ, ਉਹ ਵੀ ਆਈ। ਉੱਥੋਂ ਦੇ ਚੀਫ ਮਿਨਿਸਟਰ ਵੀ ਆਏ। ਤੇ ਚੀਫ ਮਿਨਿਸਟਰ ਨੇ ਪਹਿਲੀ ਵਾਰ ਹੀ ਬਾਬਾ ਜੀ ਨੂੰ ਇਹ ਗੱਲ ਕਹੀ, ਪੁੱਛਿਆ ਕਿ ਤੁਸੀਂ ਭਗਤ ਨਾਮਦੇਵ ਸਾਹਿਬ ਦੀ ਕਹਿੰਦੇ ਹੋ ਜਿਹੜੇ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹ ਗੁਰੂ ਗ੍ਰੰਥ ਸਾਹਿਬ ਜਿਹੜਾ ਦਾਦਰ ਗੁਰਦੁਆਰੇ ਸਾਹਿਬ ਪ੍ਰਕਾਸ਼ ਹੈ ਉਹਦੇ ਵਿੱਚ ਵੀ ਹੈ। ਬਾਬੇ ਨੇ ਕਿਹਾ ਕਿਉਂ ਨਹੀਂ, ਉਹਦੇ 'ਚ ਹੀ ਹੈ। ਔਰ ਉਹ ਹੈਰਾਨ ਹੋਇਆ। ਬਾਬਾ ਜੀ ਨੇ ਉੱਥੇ ਚੇਅਰ ਸਥਾਪਿਤ ਕਰਵਾਈ ਔਰ ਬੜੀਆਂ ਨਾਮਵਾਰ ਸ਼ਖਸੀਅਤਾਂ ਉਸ ਸੈਮੀਨਾਰ ਦੇ ਵਿੱਚ ਆਈਆਂ, ਜਿਹਦੇ ਵਿੱਚ ਕਿ ਸੰਸਾਰ ਪ੍ਰਸਿੱਧ ਤਬਲਾ ਵਾਦਕ ਅੱਲਾ ਰੱਖਾ ਖਾਨ ਸਾਹਿਬ, ਕੀ ਬਾਤ, ਉਹ ਵੀ ਪਹੁੰਚੇ। ਮਹਾਂਪੁਰਸ਼ਾਂ ਤੋਂ ਉਹਨਾਂ ਨੇ ਸਤਿਕਾਰ ਮਾਨ ਲੈ ਕੇ ਬੜੀ ਖੁਸ਼ੀ ਮਹਿਸੂਸ ਕੀਤੀ। ਔਰ ਉੱਥੋਂ ਦੇ ਲੋਕਾਂ ਨੂੰ ਜਿਹੜੇ ਬਾਬਾ ਜੀ ਨੇ ਇਹ ਸੰਦੇਸ਼ ਦੇਣਾ ਚਾਹਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮੁੱਚੇ ਸੰਸਾਰ ਦਾ ਹੈ। ਬਹੁਤ ਖੂਬ, ਸੱਚਮੁੱਚ। ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਭਗਤ ਨਾਮਦੇਵ ਨੂੰ ਵੀ ਨਮਸਕਾਰ ਹੁੰਦੀ ਹੈ, ਭਗਤ ਰਵਿਦਾਸ ਜੀ ਨੂੰ ਵੀ ਨਮਸਕਾਰ ਹੁੰਦੀ ਹੈ, ਭਗਤ ਸੈਣ ਜੀ ਨੂੰ ਵੀ ਨਮਸਕਾਰ ਹੁੰਦੀ ਹੈ। ਇਹ ਤਾਂ ਹੀ ਇਹ ਸਿਧਾਂਤ ਸਾਡੇ ਸਾਹਮਣੇ ਆ ਰਿਹਾ ਹੈ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਪਰੇ ਕੋ ਕੋ ਬੰਦਿਆ।
ਬਾਬਾ ਜੀ ਤੁਸੀਂ ਤੇ ਸਨਮਾਨ ਦੀ ਗੱਲ ਕੀਤੀ ਹੈ। ਜਦੋਂ ਅਸੀਂ ਇਸ ਸਥਾਨ ਦੇ ਵੱਲ ਵੇਖਦੇ ਹਾਂ, ਗੁਰਮਤਿ ਸੰਗੀਤ ਵਿੱਚ ਜਿਨ੍ਹਾਂ ਨੇ ਨਾਮਣਾ ਖੱਟਿਆ ਹੈ, ਹਾਂਜੀ। ਬਕਾਇਦਾ ਇਸ ਸਥਾਨ ਦੇ ਵੱਲੋਂ ਉਹਨਾਂ ਨੂੰ ਸਨਮਾਨ ਦਿੱਤੇ ਜਾਂਦੇ ਨੇ, ਅਵਾਰਡ ਦਿੱਤੇ ਜਾਂਦੇ ਨੇ, ਉਹ ਕੀ ਸਿਲਸਿਲਾ ਹੈ? ਉਹ ਹਰਬੰਸ ਜੀ ਉਹ ਅਵਾਰਡ ਹੈ ਕਿ ਜਿਨ੍ਹਾਂ ਸ਼ਖਸੀਅਤਾਂ ਨੇ ਪੰਥ ਵਾਸਤੇ ਕੁਝ ਕੀਤਾ ਹੈ। ਮੰਨ ਲਓ ਗੁਰਮਤਿ ਸੰਗੀਤ ਦੇ ਅਸੀਂ ਅਵਾਰਡ ਜਿਹੜੇ ਨੇ ਹਰ ਸਾਲ ਮਹਾਂਪੁਰਸ਼ਾਂ ਨੇ ਇੱਕ ਅਦੁੱਤੀ ਸੰਮੇਲਨ ਤੇ ਦੇਣਾ, ਔਰ ਉਹ ਹਾਲੀ ਤੱਕ ਉਸੇ ਤਰ੍ਹਾਂ ਸਿਲਸਿਲਾ ਜਾਰੀ ਹੈ। ਅਸੀਂ ਅਦੁੱਤੀ ਸੰਮੇਲਨ ਤੇ ਇੱਕ ਉਸ ਸ਼ਖਸੀਅਤ ਨੂੰ ਸਨਮਾਨ ਦਿੰਦੇ ਹਾਂ, ਗੁਰਮਤਿ ਸੰਗੀਤ ਅਵਾਰਡ ਦਿੰਦੇ ਹਾਂ ਕਿ ਜਿਸ ਨੇ ਸੰਗੀਤ ਦੇ ਖੇਤਰ ਵਿੱਚ, ਉਹ ਭਾਵੇਂ ਸੰਗੀਤ ਦੀ ਪੁਸਤਕ ਹੋਵੇ ਜੀ ਜਾਂ ਆਡੀਓ ਵੀਡੀਓ ਕੈਸਟਾਂ, ਕਿਉਂਕਿ ਅੱਜ ਤੇ ਉਹ ਜਿਹਾ ਟਾਈਮ ਨਹੀਂ ਰਹਿ ਗਿਆ, ਪਿੰਨ ਡ੍ਰੌਪ ਦੂਜੀ ਆ ਗਈ, ਆਪਣਾ ਹੋਰ ਸਾਧਨ ਆ ਗਏ ਨੇ, ਬਿਲਕੁਲ। ਜਿਨ੍ਹਾਂ ਨੇ ਵੀ ਗੁਰਮਤਿ ਸੰਗੀਤ ਨੂੰ, ਖਾਸ ਕਰ ਗੁਰਬਾਣੀ ਕੀਰਤਨ ਨੂੰ ਜਿਨ੍ਹਾਂ ਨੇ ਘਰ ਘਰ ਪਹੁੰਚਾਇਆ ਜੀ, ਔਰ ਗੁਰੂ ਕੀ ਬੱਧੀ ਹੋਈ ਮਰਿਆਦਾ ਰਾਹੀਂ ਜਿਨ੍ਹਾਂ ਨੇ ਗੁਰਮਤਿ ਸੰਗੀਤ ਦੀ ਸੇਵਾ ਕੀਤੀ, ਉਹਨਾਂ ਨੂੰ ਹਰ ਸਾਲ ਜਿਹੜਾ ਇੱਕ ਉਸ ਸ਼ਖਸੀਅਤ ਨੂੰ ਅਵਾਰਡ ਦਿੱਤਾ ਜਾਂਦਾ। ਇਹ ਚੀਜ਼ ਇਸ ਤਰ੍ਹਾਂ ਹੈ। ਉਸ ਤੋਂ ਬਿਨਾਂ ਵਿਸ਼ੇਸ਼ ਸਮਾਗਮ ਸਨਮਾਨ ਵੀ ਦਿੱਤੇ ਜਾਂਦੇ ਨੇ, ਉਹ ਜਿਨ੍ਹਾਂ ਨੇ ਕੋਈ ਪੰਥ ਵਾਸਤੇ, ਕੌਮ ਵਾਸਤੇ ਕੁਝ ਕੀਤਾ ਹੋਵੇ। ਔਰ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਇਹ ਸੰਸਥਾ ਨਿਰੋਲ ਧਾਰਮਿਕ ਸੰਸਥਾ ਹੈ, ਇਹ ਪੰਥ ਨੂੰ, ਕੌਮ ਨੂੰ ਦੀ ਸੇਵਾ ਨੂੰ ਸਮਰਪਿਤ ਸੰਸਥਾ। ਕੀ ਬਾਤ ਹੈ ਬਾਬਾ। ਜਦੋਂ ਇਸ ਸੰਸਥਾ ਦੇ ਵੱਲੋਂ ਚਲਾਏ ਇਸ ਮਿਸ਼ਨ ਨੂੰ ਅਸੀਂ ਵੇਖਦੇ ਹਾਂ, ਤੁਸੀਂ ਬਾਖੂਬੀ ਢੰਗ ਦੇ ਨਾਲ ਕਿਹੜੇ ਕਾਰਜ ਕਰ ਰਹੇ ਹੋ। ਇੱਕ ਨਹੀਂ, ਦੋ ਨਹੀਂ, 450 ਵਿਦਿਆਰਥੀ ਬਕਾਇਦਾ ਗੁਰਮਤਿ ਸੰਗੀਤ ਦੀ ਤਾਲੀਮ ਲੈ ਰਿਹਾ ਹੈ, ਸੰਥਿਆ ਦੀ ਤਾਲੀਮ ਦਿੱਤੀ ਜਾ ਰਹੀ ਹੈ। ਤੁਸੀਂ ਬਲੱਡ ਡੋਨੇਸ਼ਨ ਕੈਂਪ ਦੀ ਵੀ ਇੱਥੇ ਗੱਲ ਕੀਤੀ ਹੈ। ਇੰਨਾ ਵੱਡਾ ਕਾਰਜ ਕਰਨਾ, ਰੋਜ਼ਾਨਾ ਵਿਦਿਆਰਥੀਆਂ ਨੂੰ ਲੰਗਰ ਪਾਣੀ ਛਕਾਉਣਾ, ਰਹਿਸ਼ ਦੇਣੀ, ਇਹ ਬਿਨਾਂ ਮਾਇਆ ਤੋਂ ਨਹੀਂ ਹੋ ਸਕਦਾ। ਇਹ ਮਾਇਆ ਦਾ ਪ੍ਰਬੰਧ ਇੱਥੇ ਕਿਵੇਂ ਕੀਤਾ ਜਾਂਦਾ ਹੈ? ਅਸਲ ਹਰਬੰਸ ਜੀ ਕਿਉਂਕਿ ਸਾਰੀ ਜਿੰਨੀ ਵੀ ਸੇਵਾ ਸਾਡੀ ਸੰਗਤ ਨੂੰ ਬੇਨਤੀ ਕਰੀ ਦੀ ਹੈ, ਤੇ ਉਸ ਬੇਨਤੀ ਨੂੰ ਪ੍ਰਵਾਨ ਕਰਕੇ ਸੰਗਤ ਉਹ ਸਾਰਾ ਜਿਹੜਾ ਹੈ ਸਬੱਬ ਬਣਾਉਂਦੀ ਹੈ, ਉਦਮ ਕਰਦੀ ਹੈ, ਪ੍ਰਬੰਧ ਕਰਦੀ ਹੈ ਦਾਸ ਦੀ ਬੇਨਤੀ ਕਰਨ ਤੇ। ਸਭ ਤੋਂ ਵੱਡੀ ਗੱਲ ਹੈ ਕਿ ਸਾਡੀ ਸੰਗਤ, ਜਿੰਨੇ ਵੀ ਸਾਡੇ ਪ੍ਰੇਮ ਵਾਲੇ, ਪਿਆਰ ਵਾਲੇ ਨੇ, ਉਹ ਸਾਡੇ ਮਹਾਂਪੁਰਸ਼, ਵੱਡਿਆਂ ਮਹਾਂਪੁਰਸ਼ਾਂ ਦੀ ਪੁਰਾਣੀ ਸੰਗਤ ਹੈ, ਅੱਗੇ ਨਵੇਂ ਵੀ ਨੇ, ਬਹੁਤ ਪਿਆਰ ਕਰਨ ਵਾਲੀ ਉਹਨਾਂ ਨਾਲ, ਉਹਨਾਂ ਦੀ ਮਾਇਆ ਦੀ, ਕਿਉਂਕਿ ਮਹਾਂਪੁਰਸ਼ਾਂ ਤੋਂ ਸਭ ਕੁਝ, ਜਿਵੇਂ ਕਹਿੰਦੇ ਲੁਟਾਉਣ ਵਾਲੀ ਗੱਲ ਹੁੰਦੀ ਹੈ, ਕਿਉਂਕਿ ਉਹਨਾਂ ਨੇ ਸੇਵਾ, ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਕਈ ਸਰੀਰ ਐਸੇ ਨੇ ਜਿਹੜੇ ਮੈਡੀਟੇਸ਼ਨ, ਸ਼ਬਦ ਅਭਿਆਸ ਦੀ ਗੱਲ ਮਹਾਂਪੁਰਸ਼ਾਂ ਨੇ ਬਹੁਤ ਵੱਡੀ ਕੀਤੀ, ਨਾਮ ਜਪਣ ਦੀ। ਤਾਂ ਜਿਹੜੇ ਉਹਨਾਂ ਦੀ ਸੰਗਤ ਕਰਕੇ ਅੰਦਰੋਂ ਰੰਗੇ ਹੋਏ ਨੇ, ਉਹਨਾਂ ਲਈ ਇਹ ਚੀਜ਼ਾਂ ਛੋਟੀਆਂ ਰਹਿ ਜਾਂਦੀਆਂ, ਇਸ ਕਰਕੇ ਉਹ ਫਿਰ ਵੱਧ ਚੜ ਕੇ ਇਹਦਾ ਸੇਵਾ ਕਰਦੇ ਆ। ਬਾਬੇ ਜਦੋਂ ਅਸੀਂ ਵਿਦੇਸ਼ਾਂ ਵੱਲ ਧਿਆਨ ਦਿੰਦੇ ਹਾਂ, ਵਿਦੇਸ਼ਾਂ ਦੀ ਸਿੱਖ ਸੰਗਤ ਵੱਲ ਵੇਖਦੇ ਹਾਂ, ਉੱਥੇ ਬਕਾਇਦਾ ਕੋਈ ਦੇਸ਼ ਇਹੋ ਜਿਹਾ ਨਹੀਂ ਜਿੱਥੇ ਤੁਹਾਡਾ ਵਿਦਿਆਰਥੀ ਨਾ ਬੈਠਾ ਹੋਵੇ। ਬਿਲਕੁਲ, ਜਿੱਥੇ ਗੁਰਮਤਿ ਸੰਗੀਤ ਦੀ ਜਦੋਂ ਗੱਲ ਚੱਲਦੀ ਹੈ, ਭਾਵੇਂ ਦੇਸ਼ਾਂ ਚੱਲੇ ਭਾਵੇਂ ਵਿਦੇਸ਼ਾਂ ਚੱਲੇ, ਉਹ ਇੱਕੋ ਨਾਮ ਆਉਂਦਾ ਹੈ, ਅਦੁੱਤੀ ਗੁਰਮਤਿ ਸੰਗੀਤ ਸੰਮੇਲਨ, ਸੰਤ ਬਾਬਾ ਸੁੱਚਾ ਸਿੰਘ ਦਾ ਸਥਾਨ, ਜਵੱਦੀ ਟਕਸਾਲ। ਵਿਦੇਸ਼ਾਂ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਭਾਵ ਹੈ, ਇਸ ਬਾਰੇ ਕੀ ਕਹਿਣਾ ਚਾਹੋਗੇ? ਵਿਦੇਸ਼ਾਂ ਵਿੱਚ ਬਹੁਤ ਚੰਗਾ ਪ੍ਰਭਾਵ ਹੈ, ਕਿਉਂਕਿ ਉੱਧਰ ਵੀ ਅਕੈਡਮੀਆਂ ਗੁਰਮਤਿ ਸੰਗੀਤ ਦੀਆਂ ਜਿਹੜੀਆਂ ਨੇ ਅੱਜ ਵੱਖ-ਵੱਖ, ਭਾਵੇਂ ਤੋਂ ਨਿੱਜੀ ਤੌਰ ਤੇ ਕੋਈ ਚਲਾ ਰਿਹਾ, ਪਰ ਬਾਬਾ ਜੀ ਦੇ ਇਹ ਜਵੱਦੀ ਟਕਸਾਲ ਦੇ ਕੰਮ ਕਰਨ ਤੇ, ਬਾਬਾ ਜੀ ਦੇ ਗੁਰਮਤਿ ਸੰਗੀਤ ਦਾ ਉਹਦੀ ਪ੍ਰਾਪਤੀ ਹੋਈ ਹੈ ਕਿ ਇਕੱਲੇ ਬਾਹਰ ਹੀ ਨਹੀਂ, ਇੱਥੇ ਵੀ ਗੁਰਮਤਿ ਸੰਗੀਤ ਬਹੁਤ ਪ੍ਰਚੰਡ ਹੋ ਚੁੱਕਾ ਹੈ। ਬਿਲਕੁਲ ਜੀ। ਯੂਨੀਵਰਸਿਟੀਆਂ ਵਿੱਚ, ਕਾਲਜਾਂ, ਸਕੂਲਾਂ ਵਿੱਚ ਸਬਜੈਕਟ ਦੇ ਰੂਪ ਵਿੱਚ ਲਾਗੂ ਹੈ। ਬਿਲਕੁਲ। ਇਹ 1991 ਤੋਂ ਬਾਅਦ ਹੀ ਹੋਇਆ ਹੈ, ਔਰ ਬਾਹਰ ਵੀ ਮੈਂ ਵੇਖਿਆ ਕਿ ਬਹੁਤ ਚੰਗੇ ਵਿਦਵਾਨ ਜਿਹੜੇ ਨੇ ਆਪੋ ਆਪਣੇ ਤੌਰ ਤੇ ਉਹਨਾਂ ਨੇ ਅਕੈਡਮੀਆਂ ਸਥਾਪਿਤ ਕਰਕੇ ਵਿਦਿਆਰਥੀਆਂ ਨੂੰ ਸਿਖਾ ਰਹੇ ਨੇ। ਇਹ ਬਹੁਤ ਵੱਡੀ ਪ੍ਰਾਪਤੀ ਹੈ, ਕਿਉਂਕਿ ਨੌਜਵਾਨੀ ਨੂੰ ਦੂਸਰੇ ਪਾਸਿਓਂ ਰੋਕ ਕੇ ਇਸ ਪਾਸੇ ਲਾਉਣ ਵਾਸਤੇ ਗੁਰਮਤਿ ਸੰਗੀਤ ਬੜੀ ਵੱਡੀ ਸਤਿਗੁਰਾਂ ਨੇ ਸਾਨੂੰ ਦੇਣ ਬਖਸ਼ਿਸ਼ ਕੀਤੀ। ਬਿਲਕੁਲ ਬਾਬਾ ਜੀ, ਤੁਸੀਂ ਸਮਾਂ ਕੱਢਿਆ ਸਾਡੇ ਏਵਨ ਪੰਜਾਬੀ ਦੇ ਇਸ ਪਵਿੱਤਰ ਵਿਹੜੇ ਵਿੱਚ ਆ ਕੇ, ਬੜੀਆਂ ਡੂੰਘੀਆਂ ਵਿਚਾਰਾਂ ਜੋ ਤੁਸੀਂ ਪ੍ਰੈਕਟੀਕਲ ਤੌਰ ਤੇ ਕਰਦੇ ਹੋ, ਬਾਬਾ ਜੀ ਦੁਆਰਾ ਸਿਖਾਈ ਹੋਈ ਇਸ ਮਰਿਆਦਾ ਨੂੰ ਬਾਖੂਬੀ ਢੰਗ ਨਾਲ ਚਲਾ ਰਹੇ ਹੋ, ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਸਥਾਨ ਤੇ। ਪਰ ਇੱਕ ਮੈਂ ਜ਼ਰੂਰ ਬੇਨਤੀ ਕਰਾਂਗਾ, ਜਾਂਦੇ ਹੋਏ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਹਰਬੰਸ ਜੀ, ਮੈਂ ਤਾਂ ਦਰਸ਼ਕਾਂ ਨੂੰ, ਸੰਗਤਾਂ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ, ਆਓ ਰਲ ਮਿਲ ਕੇ, ਪੰਜਾਬ ਗੁਰੂਆਂ ਦੇ ਨਾਂ ਤੇ ਜਿਉਂਦਾ ਹੈ, ਇਸ ਨੂੰ ਗੁਰੂਆਂ ਦੀ ਸੋਚ, ਗੁਰੂਆਂ ਦੇ ਸਿਧਾਂਤ ਜੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਨਿਰਮਲ ਬਾਣੀ ਜੋ ਅੰਮ੍ਰਿਤ ਰੂਪ ਹੈ, ਉਸ ਰਾਹੀਂ ਜੀਵਨ ਜਿਉਂ ਕੇ
ਅਸੀਂ ਆਪਣੇ ਜੀਵਨ ਨੂੰ ਸਫਲਾ ਕਰੀਏ। ਜੀ ਬਿਲਕੁਲ। ਔਰ ਆਪਣੇ ਮਾਤਾ ਪਿਤਾ ਦੇ ਬੱਚਿਆਂ ਨੂੰ ਮੈਂ ਵਿਸ਼ੇਸ਼ ਤੌਰ ਤੇ ਬੇਨਤੀ ਕਰੂੰਗਾ, ਆਗਿਆਕਾਰੀ ਹੋਣ। ਉਹ ਤਾਂ ਹੋਣਗੇ ਪਹਿਲਾਂ ਅਸੀਂ ਗੁਰੂ ਕੇ ਆਗਿਆਕਾਰੀ ਹੋਈਏ। ਬਿਲਕੁਲ ਜਿਹੜਾ ਧਾਰਮਿਕ ਹੋਵੇਗਾ, ਗੁਰੂ ਚਰਨਾਂ ਵਿੱਚ ਜੁੜੇਗਾ, ਉਹ ਆਪਣੇ ਜੀਵਨ ਨੂੰ ਸਫਲਾ ਕਰੇਗਾ। ਦਾਸ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਆਓ, ਸਾਡਾ ਸਤਿਗੁਰੂ ਬਹੁਤ ਵੱਡਾ ਹੈ, ਉਸ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਅਸੀਂ ਆਪਣੇ ਕਿਆ ਬਾਤ। ਜੀਵਨ ਨੂੰ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਨਵੀਂ ਸੇਧ ਦੇ ਸਕੀਏ। ਕੀ ਬਾਤ। ਮੈਂ ਇਹੀ ਬੇਨਤੀ ਕਰਾਂ। ਬਹੁਤ ਖੂਬ। ਤੁਸੀਂ ਬੜੇ ਸੋਹਣੇ ਢੰਗ ਵਿੱਚ, ਬੜੇ ਪਿਆਰ ਵਿੱਚ ਆ ਕੇ ਆਪਣੇ ਜੀਵਨ ਦੇ ਨਿੱਜੀ ਜਿਹੜੇ ਤਜਰਬੇ ਸੀਗੇ ਸਾਡੇ ਦਰਸ਼ਕਾਂ ਦੇ ਨਾਲ, ਸਾਡੀਆਂ ਸੰਗਤਾਂ ਨਾਲ ਸਾਂਝੇ ਕੀਤੇ ਨੇ। ਮੈਂ ਆਸ ਕਰਦਾ ਅੱਜ ਦਾ ਇਹ ਪ੍ਰੋਗਰਾਮ ਸਾਡੇ ਦਰਸ਼ਕਾਂ ਨੂੰ ਬਹੁਤ ਹੀ ਆਨੰਦਮਈ ਲੱਗਿਆ ਹੋਵੇਗਾ। ਸੋ ਦੋਸਤੋ, ਹੁਣ ਸਾਨੂੰ ਦਿਓ ਆਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੀਆਂ ਹੋਰ ਪੰਥ ਦੀਆਂ ਮਾਨਵਤੀ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਾਂਗੇ। ਤੇ ਹੁਣ ਸਾਨੂੰ ਦਿਓ ਆਗਿਆ। ਆਪ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਬਾਬਾ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ ਹੈ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ। ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ, ਉਹ ਦੁਬਾਰਾ ਆਉਣ ਲੱਗ ਗਏ। ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ। ਪਰ ਥੈਂਕਸ ਟੂ ਫ੍ਰੀ ਲੀਵ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ। ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ, ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ, ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।